ਅਸੀਂ ਅੱਜ ਗੱਲ ਕਰਾਂਗੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਜੀ ਨਾਲ। ਸਭ ਤੋਂ ਵੱਡੀ ਗੱਲ ਦੱਸਣਾ ਚਾਹੁੰਦੇ ਹਾਂ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਜਿਹੜਾ ਸਿਵਲ ਸਰਵਿਸਿਜ਼ ਦੇ ਟੈਸਟ ਦੇ ਵਿੱਚ ਟੌਪ ਕੀਤਾ ਸੀਗਾ, ਪੂਰੇ ਦੇਸ਼ ਭਰ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਅੱਜ ਉਹ ਲੁਧਿਆਣਾ ਦੀ ਸੇਵਾ ਨਿਭਾ ਰਹੇ ਨੇ। ਲੁਧਿਆਣਾ ਦੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਸਿਵਲ ਸਰਵਿਸਿਜ਼ ਦਾ ਟੈਸਟ ਦਿੱਤਾ, ਸਭ ਤੋਂ ਵੱਡੀ ਗੱਲ ਹੈ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਟੈਸਟ ਦੇਣਾ ਅਤੇ ਉਹ ਵੀ ਪੰਜਾਬੀ 'ਚ ਦੇਣਾ। ਸਰ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ 'ਚ। ਕੀ ਕਹਿਣਾ ਚਾਹੁੰਦੇ ਹੋ ਸਰ, ਕਿਸ ਤਰ੍ਹਾਂ ਤੁਹਾਡੇ ਮਾइंड च है? धन्यवाद जी ਤੁਹਾਡਾ। और सवाल तो ये खैर बहुत ਹੁਣ ਪੁਰਾਣਾ ਹੋ ਗਿਆ, बट ਤੁਸੀਂ ਇਹ ਪੁੱਛਿਆ ਤਾਂ ਕਿਉਂਕਿ ਲੋਕਾਂ ਨੂੰ, ਬੱਚਿਆਂ ਨੂੰ ਬੜੀ ਵਾਰ ਇਸ ਗੱਲ ਦਾ ਬੜੀ ਕਿਉਰਿਓਸਿਟੀ ਰਹਿੰਦੀ ਹੈ ਔਰ ਕਈ ਵਾਰੀ ਉਹਨਾਂ ਨੂੰ ਫਾਇਦੇਮੰਦ ਵੀ ਹੁੰਦਾ, ਕਿਉਂਕਿ ਸਾਡੇ ਲਈ ਹੋ ਸਕਦਾ ਇਹ 10-12 ਸਾਲ ਪੁਰਾਣੀ ਗੱਲ ਹੋਵੇ, ਬਟ ਜਿਹੜੇ ਬੱਚੇ ਪੇਪਰ ਦੇ ਰਹੇ ਨੇ ਉਸ ਹਿਸਾਬ ਨਾਲ ਇਹ ਪਰਟੀਨੈਂਟ ਸਵਾਲ ਮੇਰੇ ਮਨ 'ਚ ਜਦੋਂ ਮੈਂ ਇਸ ਤੋਂ ਪਹਿਲਾਂ ਮੈਂ PCS ਦਾ ਪੇਪਰ ਦਿੱਤਾ ਸੀਗਾ, ਉਸ ਵੇਲੇ मैं अंग्रेज़ी माध्यम लिता, क्योंकि मैं उस तो पहला आपकी इंजीनियरिंग की सी इलैक्ट्रिकल। वो तुहानूं पता ही है हायर एजुकेशन सारी की सारी अंग्रेज़ी च होंदी है। मेरे मन च भी बैठ गया कि भी मैं अंग्रेज़ी च ही मतलब ठीक है, क्योंकि किताबां भी बड़ी आसानी नाल अंग्रेज़ी च ही मिलदियां ने। पर मैं उस एक गल देखी कि PCS दे विच की सीगा कि ਜਿਹੜਾ ਐਸੇ ਹੈ ਉਹਦੀ ਇੱਕ ਛੋਟ ਸੀ ਕਿ ਵੀ ਤੁਸੀਂ ਗੁਰਮੁਖੀ 'ਚ ਲਿਖਣਾ ਤਾਂ ਗੁਰਮੁਖੀ 'ਚ ਲਿਖ ਲਓ, ਪਰ ਇੱਕ ਪੇਪਰ ਕੰਪਲਸਰੀ ਪੰਜਾਬੀ ਦਾ ਸੀਗਾ, ਜਦ ਕਿ ਮੈਂ 10ਵੀਂ ਤੋਂ ਬਾਅਦ ਪੜ੍ਹੀ ਨਹੀਂ ਸੀ ਪੰਜਾਬੀ। ਪਰ ਇਹ ਦੋਨੇ ਪੇਪਰਾਂ 'ਚ ਮੇਰੇ ਬਹੁਤ ਜ਼ਿਆਦਾ ਅੱਛੇ ਮਾਰਕਸ ਆਏ। ਤਾਂ ਮੇਰੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਆਈ ਕਿ ਇਹ ਮੈਨੂੰ, ਫਿਰ ਮੈਂ ਆਪਦੇ ਦਿਮਾਗ 'ਚ ਇਹ ਗੱਲ ਸੋਚੀ ਕਿ ਵੀ ਮੇਰੀ ਸ਼ਾਇਦ ਪ੍ਰਾਇਮਰੀ ਐਜੂਕੇਸ਼ਨ, ਮਿਡਲ ਔਰ 10ਵੀਂ ਤੱਕ ਪੰਜਾਬੀ ਮਾਧਿਅਮ 'ਚ ਕਰਨ ਕਰਕੇ ਵੀ ਕਿਤੇ ਨਾ ਕਿਤੇ ਅੰਦਰ ਮੇਰੇ ਉਹ ਜਿਹੜੇ ਪੰਜਾਬੀ ਵਾਲੀ ਗੱਲ ਹੈ ਉਹ ਸੁੱਤੀ ਪਈ ਹੈ, ਵੀ ਉਹਨੂੰ ਮੈਨੂੰ ਜਗਾਉਣਾ ਚਾਹੀਦਾ। ਔਰ 19 ਜਾਂ ਉਸ ਤੋਂ ਵੱਧ ਮਿਹਨਤ ਕਰਕੇ ਜਿਹੜੇ ਸਬਜੈਕਟ ਮੈਂ ਅੰਗਰੇਜ਼ੀ 'ਚ ਲਿਖੇ ਸੀ, ਉਹਨਾਂ ਦੀ ਬਜਾਏ ਜਿਹੜੇ ਘੱਟ ਮਿਹਨਤ ਕਰਕੇ ਵੀ ਮੈਂ ਪੰਜਾਬੀ 'ਚ ਲਿਖੇ, ਵੀ ਉਸ 'ਚ ਸ਼ਾਇਦ ਮੈਨੂੰ ਆਪ ਮੁਹਾਰੇ ਗੱਲ ਉੱਭੜਦੀ ਹੈ। ਔਰ ਮੇਰੇ ਇੱਕ ਦੋ ਕੁਲੀਗ ਜੋ ਮੇਰੇ ਪੁਰਾਣੇ ਮਹਿਕਮੇ 'ਚ ਸੀਗੇ, ਜਿਨ੍ਹਾਂ 'ਚ ਕਿ ਅਜੇ ਵੀਰ ਸਰਾਓ ਹੋਰੀ ਨੇ, ਹੁਣ ਵੀ ਮੇਰੇ ਅੱਛੇ ਦੋਸਤ ਨੇ, ਉਹਨਾਂ ਨੇ ਇਹ ਗੱਲ ਬੁੱਝੀ ਜਦੋਂ ਸਾਡਾ ਆਪਸ 'ਚ ਇੰਟਰੈਕਸ਼ਨ ਹੋਣੀ ਜਾਂ ਮੈਂ ਕੋਈ, ਜਦੋਂ ਸਾਡਾ ਕੋਈ ਕਾਮਨ ਇਸ਼ੂ ਹੋਣਾ ਤਾਂ ਉਹਦੀ ਡਰਾਫਟਿੰਗ ਮੈਨੂੰ ਦੇ ਦਿੱਤੀ ਜਾਂਦੀ ਗਰੁੱਪ ਵੱਲੋਂ। ਤਾਂ ਉਸ 'ਚੋਂ ਮੈਨੂੰ ਆਪ ਇਹ ਵਿਸ਼ਵਾਸ ਆਇਆ, ਆਤਮ ਵਿਸ਼ਵਾਸ ਆਇਆ ਕਿ ਮੈਂ ਪੰਜਾਬੀ 'ਚ ਲਿਖਾਂ। ਔਰ ਕਿਉਂਕਿ ਵੈਸੇ ਮਹਿਕਮੇ ਜਾ ਕੇ ਤੁਸੀਂ ਦੂਜੀ ਸਵਾਲ ਇਹ ਪੁੱਛਿਆ ਸੀ ਵੀ ਤੁਹਾਡੇ ਮਨ 'ਚ ਕਿੱਦਾਂ ਆਇਆ ਪੇਪਰ ਦੇਣ ਦਾ, ਕਿਉਂਕਿ ਮੈਨੂੰ ਨੌਕਰੀ ਪਹਿਲਾਂ ਮਿਲ ਗਈ ਸੀ, ਵਿਆਹ ਵੀ ਮੇਰਾ ਹੋ ਗਿਆ ਸੀ। ਬਹੁਤੇ ਬੰਦੇ ਜਾ ਕੇ ਇਸ ਗੱਲ ਨਾਲ ਮੁਤਮਈਨ ਹੋ ਜਾਂਦੇ ਆ, ਸੈਟਿਸਫਾਈਡ ਹੋ ਜਾਂਦੇ ਆ, ਸੰਤੁਸ਼ਟ ਹੋ ਜਾਂਦੇ ਆ ਵੀ ਚਲੋ ਯਾਰ ਬਹੁਤ ਹੋ ਗਿਆ। ਬਟ ਮੈਨੂੰ ਉੱਥੇ ਜਾ ਕੇ ਕਿਤੇ ਨਾ ਕਿਤੇ ਇਹ ਲੱਗਿਆ ਵੀ ਇਹ ਜਿਹੜੀ ਕੈਨਵਸ ਹੈਗੀ ਹੈ ਇਹ ਛੋਟੀ ਹੈ, ਇਸ ਤੋਂ ਹੋਰ ਵੱਧ ਕੰਮ ਕੀਤਾ ਜਾ ਸਕਦਾ। ਪਰ ਜਦੋਂ ਮੈਂ ਆਪਦੇ ਮਹਿਕਮੇ ਦੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਵੱਲ ਦੇਖਦਾ, ਮੈਨੂੰ ਉਹਨਾਂ ਦੀ ਇੱਕ ਜਿਹੜੀ ਆਜ਼ਾਦੀ ਸੀਗੀ ਵੀ ਅੱਜ ਕਿਸੇ ਮਹਿਕਮੇ 'ਚ ਜਾ ਸਕਦਾ, ਕੱਲ੍ਹ ਨੂੰ ਕਿਸੇ 'ਚ ਜਾ ਸਕਦਾ, ਅਲੱਗ-ਅਲੱਗ ਚੀਜ਼ਾਂ 'ਚ ਕਿੰਨੀ ਜ਼ਿਆਦਾ ਉਹਦੀ ਜਿਹੜੀ ਯੋਗਦਾਨ ਹੋ ਸਕਦਾ। ਔਰ ਜਿਹੜਾ ਇੱਕ ਮਹਿਕਮੇ 'ਚ ਤੁਸੀਂ ਰਹਿ ਜਾਂਦੇ ਹੋ, ਨੋ ਡਾਊਟ ਸਾਰੇ ਹੀ ਵਿਭਾਗ ਮਹੱਤਵਪੂਰਨ ਹੁੰਦੇ ਨੇ, ਪਰ ਸਾਰੇ ਉਮਰ ਤੁਸੀਂ ਫਿਰ ਇੱਕੋ ਹੀ ਕੰਮ ਕਰਦੇ ਹੋ। ਸੋ ਉਸ ਚੀਜ਼ ਦਾ ਜਿਹੜਾ ਮੈਨੂੰ ਚੇਟਕ ਸੀਗਾ ਕਿ ਇੱਕ ਜਨਰਲ ਸਰਵਿਸ 'ਚ ਜਾਣਾ ਔਰ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਕੰਮ ਕਰਨ ਦਾ ਮੌਕਾ ਮਿਲਣਾ ਔਰ ਉੱਪਰੋਂ ਪੰਜਾਬੀ ਵਾਲਾ ਵਿਸ਼ਵਾਸ, ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਮੈਂ 2008 'ਚ ਪੇਪਰ ਲਿਖਿਆ। ਔਰ ਮਾਲਕ ਬੜਾ ਮਿਹਰਬਾਨ ਹੈ ਜਿਹਨੇ ਮੈਨੂੰ ਪਹਿਲੀ ਵਾਰ 'ਚ ਇਹ ਕਾਮਯਾਬੀ ਦਿੱਤੀ। ਅਤੇ ਸਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ ਇਸ ਤੋਂ ਪਹਿਲਾਂ, ਇਹ ਟੈਸਟ ਤੋਂ ਬਾਅਦ ਤੁਸੀਂ ਸਿਵਲ ਸਰਵਿਸ ਕਲੀਅਰ ਕੀਤੀ, ਜਿਹੜੇ ਮਹਿਕਮੇ ਦੇ ਵਿੱਚ ਪਹਿਲਾਂ ਕੰਮ ਕੀਤਾ ਉੱਥੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈਗਾ? ਕਿਹੜੇ ਮਹਿਕਮੇ 'ਚ ਜਾ ਕੇ, ਜਿਵੇਂ ਤੁਸੀਂ ਇਲੈਕਟ੍ਰੀਸਿਟੀ ਬੋਰਡ 'ਚ ਵੀ ਸੀ, ਕਿਹੜੇ ਮਹਿਕਮੇ 'ਚ ਜਾ ਕੇ ਜ਼ਿਆਦਾ ਹੋਇਆ ਵੀ ਹੁਣ ਨਹੀਂ ਮੈਨੂੰ ਸਿਵਲ ਸਰਵਿਸ ਵੱਲ ਜਾਣਾ ਚਾਹੀਦਾ? ਦੇਖੋ ਇਸ ਤਰ੍ਹਾਂ ਹੈਗਾ, ਇੱਦਾਂ ਨਹੀਂ, ਮਤਲਬ ਦੋਨੇ ਹੀ ਮਹਿਕਮੇ ਚੰਗੇ ਸੀਗੇ ਔਰ ਪਰ ਚਾਂਸ ਦੋਨੇ ਹੀ ਬੜੀ ਰੀੜ੍ਹ ਦੀ ਹੱਡੀ ਨੇ ਪੰਜਾਬ ਦੇ ਅਰਥਚਾਰੇ ਦਾ। ਪਹਿਲਾਂ ਬਿਜਲੀ ਬੋਰਡ 'ਚ ਕੰਮ ਕੀਤਾ ਮੈਂ, ਥਰਮਲ ਪਲਾਂਟ 'ਚ ਰਿਹਾ ਬਠਿੰਡੇ, ਕਿਉਂਕਿ ਜੇ ਬਿਜਲੀ ਜਾਊਗੀ ਉਹਦੇ ਨਾਲ ਹੀ ਸਾਰੇ ਉਦਯੋਗ ਚੱਲਦੇ ਨੇ ਔਰ ਉਹਦੇ ਨਾਲ ਹੀ ਸਾਰੇ ਖੇਤੀਬਾੜੀ ਦੇ ਧੰਦੇ ਚੱਲਦੇ ਨੇ। ਹਰ ਕੋਈ ਪੰਜਾਬ ਦਾ ਕੋਈ ਫੋਟੋ ਫਰੇਮ ਤੁਹਾਨੂੰ ਐਸਾ ਨਹੀਂ ਮਿਲੂਗਾ ਜਿੱਥੇ ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਇਸ ਮਹਿਕਮੇ ਦੀ ਇੰਨੀ ਪ੍ਰੈਜ਼ੈਂਸ ਹੈ ਪੰਜਾਬ 'ਚ, ਕਿਤੇ ਜਾ ਕੇ ਤੁਸੀਂ ਸ਼ੂਟਿੰਗ ਕਰ ਲਓ ਤੁਹਾਨੂੰ ਕੋਈ ਐਸਾ ਫੋਟੋ ਫਰੇਮ ਨਹੀਂ ਮਿਲੂਗਾ ਜਿੱਥੇ ਬਿਜਲੀ ਦਾ ਕੋਈ ਖੰਭਾ ਜਾਂ ਤਾਰ ਤੁਹਾਡੀ ਨਾ ਆ ਜੇ। ਇੰਨੀ ਡੀਪ ਪੈਨੀਟ੍ਰੇਸ਼ਨ ਹੈ ਬਿਜਲੀ ਬੋਰਡ ਦੀ। ਦੂਜਾ ਇਹ ਪਰ ਚਾਂਸ ਪਰਮਾਤਮਾ ਨੇ ਮੈਨੂੰ ਫੂਡ 'ਚ ਜਿਹੜਾ ਮੌਕਾ ਦਿੱਤਾ, ਫੂਡ ਮਹਿਕਮੇ ਦਾ ਇਹ ਹੈ ਵੀ ਪੰਜਾਬ ਦੀ ਸਭ ਤੋਂ ਵੱਧ ਅਗਰ ਕੋਈ ਐਕਸਪੋਰਟ ਹੈਗੀ ਹੈ ਤਾਂ ਉਹ ਅਨਾਜ ਦੀ ਹੈ। ਔਰ ਅਨਾਜ ਨੂੰ ਸਮੇਂ ਸਿਰ ਨਿਬੇੜਨ ਦਾ ਸਾਰਾ ਕੰਮ, ਉਹਨੂੰ ਜਿੰਨੀ ਵੀ ਉਹਦੀ ਪ੍ਰੋਕਿਉਰਮੈਂਟ ਹੈਗੀ ਹੈ, ਜਿੰਨੀ ਵੀ ਉਹਦੀ ਖਰੀਦ ਹੈ, ਸਾਰਾ ਕੰਮ ਫੂਡ ਵਿਭਾਗ ਕਰਦਾ ਹੈ। ਔਰ ਇਸ ਕਰਕੇ ਦੋਨਾਂ ਮਹਿਕਮਿਆਂ ਤੋਂ ਮੈਨੂੰ ਬਹੁਤ ਯਾਨੀ ਕਿ ਬਹੁਤ ਸਿੱਖਣ ਦਾ ਮੌਕਾ ਮਿਲਿਆ। ਔਰ ਕੋਈ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਹੈ, ਜਾਂ ਉਸ ਟਾਈਮ ਮੈਨੂੰ ਲੱਗਦਾ ਹੀ ਨਹੀਂ ਸੀ ਕਿ ਵੀ ਮੈਂ ਪੇਪਰ ਦੇਣ ਆਉਣਾ,
ਜਦੋਂ 2008 'ਚ ਫੁਰਨਾ ਫੁਰਿਆ ਤੇ ਚਲੋ ਦੇਤਾ, ਬਟ ਜਿੰਨਾ ਚਿਰ ਮੈਂ ਉੱਥੇ ਰਿਹਾ ਉੱਥੇ ਪੂਰਾ ਲੋਕ ਇਸ ਗੱਲ ਦੇ ਗਵਾਹ ਨੇ, ਉੱਥੇ ਪੂਰਾ ਮਨ ਲਾ ਕੇ ਕੰਮ ਕੀਤਾ, ਬਹੁਤ ਸਿੱਖਿਆ। ਕੋਈ ਇਹ ਨਹੀਂ ਸੀਗਾ ਵੀ 2008 'ਚ ਮੈਂ ਟਰੈਕ ਚੇਂਜ ਕਰ ਜਾਣਾ, ਉਹ ਤਾਂ ਐਵੇਂ ਹੀ ਪ੍ਰਮਾਤਮਾ ਨੇ ਚਾਹਿਆ ਤੇ ਹੋ ਗਿਆ। ਬਟ ਜਿੰਨਾ ਚਿਰ ਮੈਂ ਉੱਥੇ ਰਿਹਾ ਪੂਰਾ ਮਨ ਲਾ ਕੇ ਕੀਤਾ, ਸਿੱਖਿਆ। ਦੋਨੇ ਹੀ ਮਹਿਕਮੇ ਬੜੇ ਮਹੱਤਵਪੂਰਨ ਨੇ, ਪਰ ਇੱਧਰ ਆ ਕੇ ਥੋੜ੍ਹੀ ਜਿਹੀ ਇਹ ਹੁੰਦੀ ਹੈ। ਤੀਜਾ ਤੁਸੀਂ ਕਿਹਾ ਵੀ ਕਿਹੜਾ ਜ਼ਿਆਦਾ ਅੱਛਾ ਲੱਗਿਆ, ਇਹ 'ਚ ਥੋੜ੍ਹੀ ਜਿਹੀ ਇੱਕ ਜਿਹੜੀ ਕਿਸੇ ਵੀ ਚੀਜ਼ ਦੀ ਵੰਨ ਸਵੰਨਤਾ ਹੈ ਨਾ, ਉਹ ਜੀਵਨ ਦਾ ਮੈਨੂੰ ਲੱਗਦਾ ਇੱਕ ਇਟਸ ਸਪਾਈਸ ਆਫ ਲਾਈਫ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ ਵੀ ਇਹ ਜੀਵਨ ਦਾ ਇੱਕ ਮਸਾਲਾ ਹੈਗਾ। ਜਦੋਂ ਬੰਦੇ ਦੀ ਇੱਕ ਡਿਊਟੀ ਚੇਂਜ ਹੋਣ ਦਾ ਉਹਨੂੰ ਸਕੋਪ ਲੱਗਦਾ ਰਹੇ ਜਾਂ ਬਦਲਦਾ ਰਹੇ ਤਾਂ ਤੁਸੀਂ ਚੰਗਾ ਫੀਲ ਕਰਦੇ ਹੋ। ਮੈਨੂੰ ਇੱਧਰ ਆ ਕੇ ਇਹ ਲੱਗਦਾ ਹੈ ਕਿ ਇਹ ਜਿਹੜੀ ਭਾਰਤੀ ਪ੍ਰਸ਼ਾਸਨਿਕ ਸੇਵਾ ਹੈਗੀ ਹੈ, ਇਸ 'ਚ ਇਹ ਵੰਨ ਸਵੰਨਤਾ ਹੈ ਕਿ ਤੁਹਾਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸਰ ਸਭ ਤੋਂ ਵੱਡੀ ਗੱਲ ਹੈ, ਜਿਵੇਂ ਤੁਸੀਂ ਜਿਹੜਾ ਕੰਮ ਕੀਤਾ ਪਹਿਲਾਂ ਫੂਡ ਸਪਲਾਈ 'ਚ ਬਿਜਲੀ ਬੋਰਡ ਦੇ ਵਿੱਚ, ਤੇ ਗਰਾਊਂਡ ਲੈਵਲ ਦੀਆਂ ਜਿਹੜੀਆਂ ਉੱਥੇ ਕੰਮ ਕਰਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੇ, ਜਿਵੇਂ ਹੁਣ ਕੋਵਿਡ-19 ਚੱਲਦਾ ਪਿਆ ਹੈਗਾ, ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈਗਾ। ਕੋਵਿਡ ਦੇ ਵਿੱਚ ਜਿਸ ਤਰ੍ਹਾਂ ਨਾਲ ਪਹਿਲਾਂ ਪ੍ਰੋਕਿਉਰਮੈਂਟ ਦਾ ਟਾਈਮ ਸੀ, ਤੁਸੀਂ ਉਸ ਟਾਈਮ ਜਲੰਧਰ ਸੀਗੇ, ਤੇ ਇਹ ਬਿਜਲੀ ਬੋਰਡ ਦਾ ਵੀ ਅਹਿਮ ਰੋਲ ਹੈਗਾ। ਜਿਵੇਂ ਹੁਣ ਗਰਮੀ ਆ, ਹੁਣ ਬਿਜਲੀ ਦੇ ਮਹਿਕਮੇ ਦਾ ਅਹਿਮ ਰੋਲ ਹੈ, ਕਿੰਨਾ ਕੁ ਉਹਨਾਂ 'ਤੇ ਪ੍ਰੈਸ਼ਰ ਬਰਡਨ ਰਹਿੰਦਾ। ਜਿਵੇਂ ਹੁਣ ਝੋਨਾ ਲੱਗਿਆ ਹੋਇਆ ਤੇ ਗਰਮੀ ਤੋਂ ਵੀ ਲੋਕ ਪਰੇਸ਼ਾਨ ਰਹਿੰਦੇ, ਇਸ 'ਤੇ ਕਿੰਨਾ ਕੁ ਉਹਨਾਂ ਦਾ ਰੋਲ ਰਹਿੰਦਾ ਹੈਗਾ। ਦੇਖੋ ਇੱਦਾਂ ਹੁੰਦਾ ਕਈ ਵਾਰੀ ਜਿਹੜੇ ਸਾਡਾ ਮੈਨੂੰ ਇਹ ਲੱਗਦਾ, ਮੈਂ ਕੋਈ ਇਹ ਵਕਾਲਤ ਨਹੀਂ ਕਰ ਰਿਹਾ, ਪਰ ਜਿਹੜੇ ਪ੍ਰਾਈਵੇਟ ਅਦਾਰੇ ਹੁੰਦੇ ਨੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਬੜਾ ਕਨਸਨਟ੍ਰੇਟਡ ਛੋਟੇ ਏਰੀਏ 'ਚ ਹੁੰਦਾ ਹੈ। ਉਹ ਕਈ ਵਾਰ ਉਸੇ ਚੀਜ਼ 'ਚ ਖੁੱਭ ਕੇ ਇੰਨਾ ਲਿਸ਼ਕਵਾਂ ਪੁਸ਼ਕਵਾਂ ਕੰਮ ਕਰਦੇ ਆ ਕਿ ਲੋਕ ਇਹ ਸੋਚਦੇ ਆ ਵੀ ਇਹ ਪ੍ਰਾਈਵੇਟ ਅਦਾਰਾ ਬਹੁਤ ਅੱਛਾ ਕੰਮ ਕਰ ਰਿਹਾ। ਪਰ ਤੁਸੀਂ ਦੇਖੋ ਉਹਨਾਂ ਦੀ ਜਿਹੜੀ ਉਹਨਾਂ ਦੀ ਮਹਿਦੂਦ ਰਹਿੰਦੇ ਨੇ, ਉਹ ਥੋੜ੍ਹੇ ਏਕੜਾਂ ਤੱਕ ਹੀ ਰਹਿੰਦੇ ਨੇ, ਉਸ 'ਚ ਉਹ ਬਹੁਤ ਅੱਛਾ ਕੰਮ ਕਰਦੇ। ਪਰ ਸਰਕਾਰ ਦੀ ਜਿਹੜੀ ਪਹੁੰਚ ਹੈਗੀ ਹੈ ਉਹ ਇੱਕ ਰਿਕਸ਼ਾ ਵਾਲੇ ਤੋਂ ਲੈ ਕੇ ਇੱਕ ਮਜ਼ਦੂਰ ਤੋਂ ਲੈ ਕੇ ਟਾਟੇ ਬਿਰਲਿਆਂ ਤੱਕ ਰਹਿੰਦੀ ਹੈ, ਕਿ ਸਰਕਾਰ ਦਾ ਜਿਹੜਾ ਏਰੀਆ ਉਹ ਬਹੁਤ ਵਾਈਡ ਹੈਗਾ। ਇਸ ਇਵੇਂ ਜ਼ਿਕਰ ਹੀ ਤੁਸੀਂ ਭਾਰਤ ਨੂੰ ਦੇਖੋ, ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਅਤੇ ਅਸਾਮ ਤੋਂ ਲੈ ਕੇ ਤੇ ਇੱਧਰ ਗੁਜਰਾਤ ਤੱਕ। ਪੰਜਾਬ ਨੂੰ ਤੁਸੀਂ ਦੇਖੋ ਵੀ ਹਰ ਖੇਤਰ ਦੇ ਚੰਬੂ ਬਾਰਡਰ ਤੋਂ ਲੈ ਕੇ ਲਖਨਪੁਰ ਬਾਰਡਰ ਤੱਕ, ਔਰ ਇੱਧਰ ਰੋਪੜੋਂ ਲੈ ਕੇ ਤੇ ਉੱਧਰ ਸਰਦੂਲਗੜ੍ਹ ਵਾਲੇ ਬਾਰਡਰ ਤੱਕ ਜਾਂ ਫਿਰ ਅੱਗੇ ਅਬੋਹਰ ਤੱਕ ਬਹੁਤ ਵੱਡੇ ਪੱਧਰ 'ਤੇ ਜਦੋਂ ਕੋਈ ਵੀ ਕੰਮ ਹੁੰਦਾ ਹੈਗਾ, ਕਈ ਵਾਰੀ ਉਹਨੂੰ ਓਨਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ। ਵਿਦ ਟਾਈਮ ਜਿਹੜੇ ਸਾਡੀ ਆਬਾਦੀ ਵੀ ਵਧੀ ਹੈ, ਇਨਫੋਰਮੇਸ਼ਨ ਟੈਕਨੋਲੋਜੀ ਆਉਣ ਦੇ ਨਾਲ ਲੋਕਾਂ ਦੀਆਂ ਉਮੀਦਾਂ ਵੀ ਵਧੀਆਂ ਨੇ, ਸਾਡਾ ਜਿਹੜਾ ਲਾਅ ਹੈ ਉਹ ਵੀ ਜ਼ਿਆਦਾ ਟਰਾਂਸਪੇਰੈਂਸੀ ਆਈ ਹੈ, ਇੱਕ ਟਾਈਮ ਬਾਉਂਡ ਮੈਨਰ 'ਚ ਕੰਮ ਕਰਨ ਦਾ, ਸਾਰਾ ਕੁਝ ਕਰਨ ਦਾ। ਵਿਦ ਆਲ ਸੈਡ ਐਂਡ ਡਨ ਇਸ ਸਿਸਟਮ 'ਚ ਬਹੁਤ ਸਾਰੀਆਂ ਖਾਮੀਆਂ ਨੇ, ਪਰ ਉਹ ਖਾਮੀਆਂ ਕਰਨ ਦੇ ਬਾਵਜੂਦ ਜਿੰਨਾ ਮੈਨੂੰ ਲੱਗਦਾ ਵੀ ਸਰਕਾਰੀ ਮੁਲਾਜ਼ਮਾਂ ਨੂੰ ਮਿਹਨਤ ਕਰਨੀ ਪੈਂਦੀ ਹੈ, ਕਈ ਵਾਰ ਉਹਦੀ ਉਨੀ ਰਿਕੋਗਨੀਸ਼ਨ ਨਹੀਂ ਮਿਲਦੀ। ਹੁਣ ਵੀ ਤੁਸੀਂ ਦੇਖੋ, ਮੈਂ ਮੰਨਦਾ ਕਿ ਵੀ ਸਿਹਤ ਮਹਿਕਮੇ ਵਾਲੇ ਹੋਣ, 100 ਨੁਕਸ ਕੱਢਣ ਵਾਲੇ ਬੰਦੇ ਆ ਜਾਣ, ਪਰ ਜਦੋਂ ਬਿਲਕੁਲ ਇਹਦਾ ਪਹਿਲਾ ਜਲਾਅ ਆਇਆ, ਪਹਿਲਾਂ ਜਦੋਂ ਇਹਦਾ ਜਵਾਰ ਭੱਟਾ ਆਇਆ, ਉਸ ਵੇਲੇ ਉਹ ਚਟਾਨ ਵਾਂਗੂ ਖੜੇ ਰਹੇ ਨੇ। ਬਹੁਤ ਬੰਦੇ ਚੰਗੇ ਚੰਗੇ ਭੱਜ ਗਏ ਉਸ 'ਚੋਂ, ਔਰ ਨੋ ਡਾਊਟ ਉਸ 'ਚ ਅਸੀਂ ਉਹਨੂੰ ਇੰਨਾ ਸਟਰੈਂਥਨ ਕੀਤਾ, ਇਕੁਇਪ ਕੀਤਾ ਨਹੀਂ ਕੀਤਾ, ਬਟ 2-3 ਮਹੀਨਿਆਂ 'ਚ ਅਸੀਂ ਉਹਨੂੰ ਬਹੁਤ ਉੱਪਰ ਤੱਕ ਲੈ ਆਏ ਹਾਂ। ਸੇਮ ਤੁਸੀਂ ਇਹ ਦੇਖੋ ਵੀ ਲੋਕਡਾਊਨ ਦੇ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਲੋਕ ਘਰਾਂ 'ਚ ਨਹੀਂ ਸੀ ਰਹਿ ਸਕਦੇ ਜੇ ਉਹਨਾਂ ਦੇ ਕੇਬਲ ਟੀਵੀ ਨਾ ਚੱਲਦੇ, ਜੇ ਉਹਨਾਂ ਦੇ ਏਸੀ ਨਾ ਚੱਲਦੇ, ਜੇ ਉਹਨਾਂ ਦੇ ਟੀਵੀ ਨੂੰ ਬਿਜਲੀ ਨਾ ਆਉਂਦੀ। ਉਹ ਬਿਜਲੀ ਨੂੰ ਪੈਦਾ ਕਰਨ ਵਾਲੇ ਪਲਾਸ ਨਾਲ ਜਿਹੜੀਆਂ ਟੁੱਟੀਆਂ ਤਾਰਾਂ ਨੂੰ ਜੋੜਨ ਵਾਲੇ ਜਾਂ ਥਰਮਲਾਂ ਦੇ ਵਿੱਚ ਕੋਲੇ ਨੂੰ ਭਰ ਕੇ ਅੰਦਰ ਭੱਠੀਆਂ 'ਚ ਸੁੱਟਣ ਵਾਲੇ ਬੰਦੇ ਨਾ ਹੁੰਦੇ। ਔਰ ਐਵੇਂ ਜ਼ਿਕਰ ਹੀ ਤੁਸੀਂ ਇਹ ਦੇਖੋ ਵੀ ਪੰਜਾਬ 'ਚ ਕਈ ਕਰੋੜ ਬੋਰੀ ਜਿਹੜੀ ਹੈਗੀ ਹੈ ਉਹ ਚੱਕੀ ਗਈ ਹੈ। ਉਹ ਵੀ ਇੱਕ ਬੰਦੇ ਨੇ ਪਹਿਲਾਂ ਉਹਨੂੰ ਨਖਾਰਿਆ, ਫਿਰ ਬੋਰੀਆਂ 'ਚ ਭਰਿਆ, ਫਿਰ ਜਿਹੜੀ ਸੇਬੇ ਨਾਲ ਸਿਉਂ ਗਿਆ ਉਹਨੂੰ, ਫਿਰ ਪਿੱਠਾਂ 'ਤੇ ਚੱਕ ਕੇ ਇੱਕ ਟਰੱਕ 'ਚ ਹੋ ਕੇ ਗਈ ਹੈ, ਫਿਰ ਅਨਲੋਡ ਹੋ ਕੇ ਫਿਰ ਸਟੈਕ ਹੋਈ ਹੈ। ਤੋ ਇਹ 'ਚ ਇੱਕ ਬਹੁਤ ਵੱਡਾ ਕਈ ਵਾਰ ਐਫਰਟ ਲੱਗਦਾ, ਪਰ ਆਪਾਂ ਨੂੰ ਕਈ ਵਾਰ ਇਹ ਹੁੰਦਾ ਕਿ ਨੋ ਡਾਊਟ ਚਲੋ ਤੁਹਾਡਾ ਇਹ ਕੰਮ ਹੀ ਹੈਗਾ ਵੀ ਤੁਸੀਂ ਸਾਡੀਆਂ ਜਿਹੜੀਆਂ ਗਲਤੀਆਂ ਦਾ ਸ਼ੀਸ਼ਾ ਸਾਨੂੰ ਦਿਖਾਉਣਾ ਹੁੰਦਾ ਵੀ ਅਸੀਂ ਹੋਰ ਕੰਮ ਬਿਹਤਰ ਕਰੀਏ। ਪਰ ਸਰਕਾਰ 'ਚ ਬਹੁਤ ਵੱਡੇ ਸਕੇਲ 'ਤੇ ਕੋਈ ਵੀ ਕੰਮ ਹੁੰਦਾ, ਔਰ ਮੈਨੂੰ ਇਹ ਲੱਗਦਾ ਵੀ ਕਾਫੀ ਹੱਦ ਤੱਕ ਇਸ ਜਿਹੜੀ ਮਹਾਮਾਰੀ ਹੈ, ਚਾਹੇ ਪੁਲਿਸ ਦੇ ਕਨਸਟੇਬਲਸ ਹੋਣ, ਆਫਿਸਰਸ ਹੋਣ, ਜਿੱਦਾਂ ਦਾ ਅੱਛਾ ਕੰਮ ਹੋਇਆ ਆਫ ਲੇਟ, ਜਿਹੜੀ ਸਰਕਾਰੀ ਤੰਤਰ ਬਾਰੇ ਲੋਕਾਂ ਦੀ ਜਿਹੜੀ ਉਹਨਾਂ ਦੀ ਓਵਰਆਲ ਅਸੈਸਮੈਂਟ ਹੈਗੀ ਹੈ, ਉਸ 'ਚ ਕਿਤੇ ਨਾ ਕਿਤੇ ਮੈਨੂੰ ਥੋੜ੍ਹਾ ਨਜ਼ਰੀਏ 'ਚ ਫਰਕ ਆ ਲੱਗਦਾ।
ਲੋਕਾਂ ਨੂੰ ਇਹ ਲੱਗਦਾ ਕਿ ਇਹ ਸਿਸਟਮ ਵੀ ਕਿਤੇ ਨਾ ਕਿਤੇ ਡਿਲੀਵਰ ਕਰ ਸਕਦਾ। ਐਟਲੀਸਟ ਜਿਹੜੀਆਂ ਐਮਰਜੈਂਸੀ ਵਾਲੀਆਂ ਸਿਚੁਏਸ਼ਨਸ ਨੇ ਉਹਨਾਂ 'ਚ ਕਈ ਵਾਰੀ ਆਪਾਂ ਨੂੰ ਦੁਬਾਰਾ ਰੀਥਿੰਕ ਕਰਨ ਦਾ, ਸੋਚਣ ਦਾ ਮੌਕਾ ਇਹ ਹੁੰਦਾ। ਔਰ ਇਹ ਜਦੋਂ ਨੋਰਮਲ ਵੀ ਹਾਲਾਤ 'ਚ ਨੋਰਮਲ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਕੰਮ ਕਰ ਹੀ ਰਿਹਾ ਹੁੰਦਾ, ਤਾਂ ਹੀ ਚੱਲਦਾ। ਹੁਣ ਤੁਸੀਂ ਦੇਖੋ ਕਰੋੜਾਂ ਲੀਟਰ ਦੁੱਧ ਰੋਜ਼ ਇਕੱਠਾ ਹੁੰਦਾ, ਉਹਦੀਆਂ ਥੈਲੀਆਂ ਬਣਦੀਆਂ ਨੇ, ਘਰਾਂ 'ਚ ਪਹੁੰਚਦਾ। ਉਹ ਤੁਸੀਂ ਉਸ ਟਾਈਮ ਵੀ ਪਹੁੰਚਦਾ ਰਿਹਾ ਲੋਕਡਾਊਨ 'ਚ, ਉਹ ਕੋਈ ਨਾ ਕੋਈ ਬੰਦੇ ਕੰਮ ਕਰ ਰਹੇ ਸੀ ਤਾਂ ਹੀ ਪਹੁੰਚਿਆ। ਸਰ ਹੁਣ ਜਿਸ ਤਰ੍ਹਾਂ ਨਾਲ ਲੋਕਡਾਊਨ ਤੇ ਕਰਫਿਊ ਖੁੱਲ੍ਹ ਚੁੱਕਿਆ ਆਲਰੇਡੀ, ਲੇਕਿਨ ਪਰ ਕਰੋਨਾ ਦੇ ਪੇਸ਼ੈਂਟ ਲਗਾਤਾਰ ਵੱਧ ਰਹੇ ਨੇ ਤੇ ਬਾਜ਼ਾਰਾਂ 'ਚ ਰਸ਼ ਵੀ ਵੱਧ ਰਿਹਾ। ਹੁਣ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ, ਕਿਸ ਤਰ੍ਹਾਂ ਦੀ ਅਪੀਲ ਹੈਗੀ ਹੈ ਤੁਹਾਡੀ ਵੀ ਇਹ ਤੋਂ ਬਚਣ ਲਈ ਕੀ ਕਰਨਾ ਚਾਹੀਦਾ? ਲੁਧਿਆਣਾ ਦਾ ਜਿਹੜਾ ਅੰਕੜਾ ਵੀ ਲਗਾਤਾਰ ਵੱਧਦਾ ਜਾ ਰਿਹਾ, ਚਾਹੇ ਮੌਤਾਂ ਦੀ ਸੰਖਿਆ ਹੋਵੇ ਚਾਹੇ ਇਹ ਕਰੋਨਾ ਪੇਸ਼ੈਂਟਾਂ ਦੀ ਸੰਖਿਆ ਹੋਵੇ। ਦੇਖੋ ਗੱਲ ਇਹ ਹੈ ਵੀ ਇਹ ਮਤਲਬ ਕੋਈ ਵੀ ਸਰਕਾਰ, ਚਾਹੇ ਉਹ ਜ਼ਿਲ੍ਹਾ ਪੱਧਰ 'ਤੇ ਹੋਏ, ਸਟੇਟ ਪੱਧਰ 'ਤੇ ਹੋਏ, ਨੇਸ਼ਨ ਪੱਧਰ 'ਤੇ ਹੋਏ, ਹਰ ਸਰਕਾਰ ਦਾ ਇਹ ਇੱਕ ਟੀਚਾ ਹੁੰਦਾ ਵੀ ਲੋਕਾਂ ਦਾ ਆਰਥਿਕ ਵਿਕਾਸ ਤੇ ਆਪਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਜਿਹੜਾ ਉਹਨੂੰ ਵਧਾਉਣਾ ਹੈ, ਵੀ ਕੁੱਲ ਸਕਲ ਘਰੇਲੂ ਉਤਪਾਦ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਵੱਧ ਤੋਂ ਵੱਧ ਇਕਨੋਮਿਕ ਐਕਟੀਵਿਟੀ ਚੱਲੇ। ਹੁਣ ਇਹ ਕੋਈ ਨਾ ਕੋਈ ਬਹੁਤ ਵੱਡੀ ਮਜਬੂਰੀ ਹੈ, ਇਸ ਤਰ੍ਹਾਂ ਦੀ ਐਮਰਜੈਂਸੀ ਰਹੀ ਹੋਊਗੀ ਵੀ 2 ਮਹੀਨੇ ਦੇਸ਼ ਬੰਦ ਵਾਂਗੂ ਰਿਹਾ, ਕਰਫਿਊ ਵਾਂਗੂ ਰਿਹਾ। ਆਪਾਂ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਆਪਾਂ ਇੱਕ ਵਿਕਾਸਸ਼ੀਲ ਦੇਸ਼ ਹੈਗੇ ਆ, ਬਹੁਤ ਸਾਰੇ ਗਰੀਬਾਂ ਦੀਆਂ ਮਜਬੂਰੀਆਂ ਨੇ, ਬਹੁਤ ਕੁਝ ਕਰਕੇ ਹੌਲੀ ਹੌਲੀ ਆਪਾਂ ਨੂੰ ਅਨਲੌਕ ਕਰਕੇ ਆਪਾਂ ਇਹ ਨਹੀਂ ਕਰ ਸਕਦੇ ਕਿ ਬਿਲਕੁਲ ਸੰਨਿਆਸ ਲੈ ਕੇ ਘਰਾਂ 'ਚ ਬਹਿ ਜਾਈਏ, ਆਪਾਂ ਨੂੰ ਇਹਨੂੰ ਚਲਾਉਣਾ ਪਿਆ। ਬਟ ਅਲਟੀਮੇਟਲੀ ਇਹ ਕਰੋਨਾ ਇਜ਼ ਸਮਥਿੰਗ, ਇਹ ਕੋਈ ਇਸ ਤਰ੍ਹਾਂ ਦਾ ਮਕੈਨੀਕਲ ਫੈਨੋਮੈਨਾ ਨਹੀਂ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੀ ਅੱਜ ਤੁਸੀਂ ਕਾਨੂੰਨ ਬਣਾਤਾ ਤਾਂ ਇਹ ਵੈਨਿਸ਼ ਹੋ ਜਾਊਗਾ। ਇਟਸ ਏ ਬਾਇਓਲੋਜੀਕਲ ਫੈਨੋਮੈਨਾ। ਜਿੱਦਾਂ ਦਹੀਂ 'ਚ ਬੈਕਟੀਰੀਆ ਹੁੰਦਾ, ਤੁਹਾਨੂੰ ਦਿਖਦਾ ਨਹੀਂ, ਦੁੱਧ 'ਚ ਮਾੜਾ ਜਿਹਾ ਪੈ ਜਾਂਦਾ, ਸਵੇਰੇ ਦਹੀਂ ਬਣ ਜਾਂਦੀ ਹੈ। ਇਵੇਂ ਜਿਕਰੀ ਸਾਡੇ ਆਲੇ ਦੁਆਲੇ ਹਵਾ ਹੈ, ਇਹ 'ਚ ਕਰੋੜਾਂ ਬੈਕਟੀਰੀਆ ਤੁਰੇ ਫਿਰਦੇ ਨੇ, ਆਪਾਂ ਨੂੰ ਪਤਾ ਨਹੀਂ ਲੱਗਦਾ। ਕਰੋਨਾ ਲਿਵਿੰਗ ਚੀਜ਼ ਹੈਗੀ ਆ ਔਰ ਇਹ ਇਨਵਾਇਰਮੈਂਟ 'ਚ ਹੈ, ਇਹਨੇ ਓਵਰਨਾਈਟ ਖਤਮ ਨਹੀਂ ਹੋ ਜਾਣਾ। ਬਟ ਟੂ ਲਿਵ ਵਿਦ ਇਟ ਅਸੀਂ ਇਹਨੂੰ ਤਾਂ ਹੀ ਜਿੱਤ ਸਕਦੇ ਹਾਂ ਜੇ ਅਸੀਂ ਸਾਰੇ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਾਂਗੇ। ਔਰ ਉਹਦੇ 'ਚ 3 ਜਾਂ 4 ਚੀਜ਼ਾਂ ਨੇ। ਵਾਰ-ਵਾਰ ਹੱਥ ਧੋਣਾ ਆਪਦੇ ਸਾਬਣ ਨਾਲ, ਸਸਤਾ ਹੀ ਕੰਮ ਹੈ, ਗਰੀਬ ਆਦਮੀ ਵੀ ਕਰ ਸਕਦਾ, ਅਮੀਰ ਵੀ ਕਰ ਸਕਦਾ। ਦੂਜੀ ਗੱਲ ਹੈ ਮਾਸਕ ਪਾ ਕੇ ਰੱਖਣੀ, ਜੇ ਕੋਈ ਬਾਜ਼ਾਰੋਂ ਨਹੀਂ ਖਰੀਦ ਸਕਦਾ ਆਮ ਕੱਪੜੇ ਦੀ ਘਰੋਂ ਬਣਾ ਲਓ, ਉਹਨੂੰ ਧੋ ਲਓ। ਔਰ ਮਾਸਕ ਇਹ ਨਹੀਂ ਹੈ ਵੀ ਇਹਨੂੰ ਠੋਡੀ 'ਤੇ ਕਰ ਲਿਆ, ਮੈਨੂੰ ਵੀ ਕਈ ਵਾਰੀ ਬੋਲਣ ਵੇਲੇ ਕਰਨੀ ਪੈਂਦੀ ਹੈ। ਇਹ ਉੱਦਾਂ ਹੀ ਹੈ ਵੀ ਜਿਵੇਂ ਆਪਾਂ ਹੈਲਮਟ ਲੈ ਲਿਆ, ਉਹਨੂੰ ਬਾਂਹ 'ਚ ਪਾ ਲਿਆ, ਜਦੋਂ ਕੋਈ ਪੁਲਿਸਮੈਨ ਦਿਖਿਆ ਉਦੋਂ ਸਿਰ 'ਤੇ ਲੈ ਲਿਆ, ਵੀ ਸਿਰ ਤਾਂ ਤੁਹਾਡਾ ਹੀ ਹੈ ਨਾ। ਇਵੇਂ ਜਿਕਰੀ ਮਾਸਕ ਜਿਹੜੀ ਹੈਗੀ ਹੈ ਉਹਨੂੰ ਨੱਕ ਤੋਂ ਥੱਲੇ ਕੀਤਾ, ਸਮਝੋ ਜਿਵੇਂ ਸਿਰ ਤੋਂ ਹੈਲਮਟ ਹਟਾਇਆ। ਤੀਜੀ ਗੱਲ, ਅੱਖ ਨੱਕ ਨਾ ਛੂਹੋ, ਘਰੋਂ ਬਾਹਰ ਨਾ ਜਾਓ, ਸੋਸ਼ਲ ਡਿਸਟੈਂਸਿੰਗ ਰੱਖੋ। ਘਰੋਂ ਨਿਕਲਣ ਵੇਲੇ 3-4 ਵਾਰੀ ਆਪਦੇ ਆਪ ਨੂੰ ਪੁੱਛੋ ਕਿ ਵੀ ਕੀ ਇਸ ਵਿਆਹ 'ਚ ਜਾਂ ਸ਼ਾਦੀ 'ਚ ਜਾਂ ਫੰਕਸ਼ਨ 'ਚ ਮੇਰਾ ਜਾਣਾ ਬਹੁਤ ਜ਼ਰੂਰੀ ਹੈ? ਜੇ ਬਹੁਤ ਜ਼ਰੂਰੀ ਹੈ ਫਿਰ ਜ਼ਰੂਰ ਜਾਓ, ਪਰ 3 ਵਾਰ ਆਪਦੇ ਮਨ ਨੂੰ ਜ਼ਰੂਰ ਪੁੱਛੋ। ਜਿੱਥੇ ਅਵੋਇਡ ਹੋ ਸਕਦਾ ਉਹਨੂੰ ਅਵੋਇਡ ਕਰੋ। ਔਰ ਜੇ ਸਾਰੇ ਲੁਧਿਆਣਾ ਵਾਸੀ ਇਹ ਗੱਲ ਦਾ ਧਈਆ ਕਰ ਲੈਣ 3-4 ਗੱਲਾਂ ਦਾ, ਵੀ ਅਸੀਂ ਬਿਨਾਂ ਲੋੜ ਤੋਂ ਹੱਥ ਧੋਈ ਜਾਣੇ ਆ, ਮਾਸਕ ਪਾ ਕੇ ਰੱਖਣੀ ਆ, ਬਿਨਾਂ ਜ਼ਰੂਰੀ ਕੰਮ ਤੋਂ ਅਸੀਂ ਘਰੋਂ ਬਾਹਰ ਨਹੀਂ ਜਾਣਾ, ਤਾਂ ਇਹ ਜਿਹੜੀ ਬਿਮਾਰੀ ਹੈ ਇਹਨੂੰ ਜ਼ਰੂਰ ਠੱਲ ਪਾਈ ਜਾ ਸਕਦੀ ਹੈ। ਬਾਕੀ ਜੋ ਅਸੀਂ ਕਰ ਸਕਦੇ ਹਾਂ, ਸਿਹਤ ਮਹਿਕਮਾ ਜੋ ਕਰ ਸਕਦਾ ਹੈ, CP ਸਾਹਿਬ ਜੋ ਕਰ ਸਕਦੇ ਨੇ, ਸਾਡੇ ਅਫਸਰ ਜੋ ਕਰ ਸਕਦੇ ਨੇ, ਅਸੀਂ ਤਾਂ ਕਰ ਹੀ ਰਹੇ ਹਾਂ। ਆਰ ਹੈਂਡਸ ਆਰ ਫੁੱਲ। ਹੁਣ ਇੰਨੇ ਬੰਦੇ ਵਿਦੇਸ਼ਾਂ ਤੋਂ ਆ ਰਹੇ ਨੇ, ਇੰਨੇ ਟ੍ਰੇਨਾਂ ਰਾਹੀਂ ਆ ਰਹੇ ਆ, ਉਹ ਸਾਰਿਆਂ ਦਾ ਮੁਆਇਨਾ ਕਰਨਾ, ਉਹਨਾਂ ਸਾਰਿਆਂ ਦੇ ਟੈਸਟ ਕਰਨੇ, ਮੁੜ ਕੇ ਉਹਨਾਂ ਨੂੰ ਕੁਆਰੰਟਾਈਨ 'ਚ ਭੇਜਣਾ, ਉਹਦੇ ਕਾਗਜ਼ ਤਿਆਰ ਕਰਨੇ, ਬਹੁਤ ਵੱਡੀ ਐਕਸਰਸਾਈਜ਼ ਹੈ। ਬੰਦੇ ਦਿਨ ਰਾਤ ਲੱਗੇ ਹੋਏ ਆ ਇਸ ਕੰਮ 'ਚ। ਬਾਕੀ ਤਾਂ ਹਰੇਕ ਨੇ ਆਪਦਾ ਧਿਆਨ ਖੁਦ ਵੀ ਰੱਖਣਾ। ਤੁਸੀਂ ਇੱਕ ਮੀਟਿੰਗਾਂ ਕੀਤੀਆਂ, 2 ਐਕਸਾਈਜ਼ ਵਾਲਿਆਂ ਨਾਲ ਵੀ ਕੀਤੀ ਆ, ਇੱਕ ਬੀਜ ਘੁਟਾਲਾ ਲੁਧਿਆਣੇ ਦੇ ਸ਼ਰਾਬ ਘੁਟਾਲਾ ਵੀ ਤੇ ਬੀਜ ਘੁਟਾਲਾ ਵੀ, ਵੱਡੇ ਘੁਟਾਲੇ ਸੀ, ਸ਼ਰਾਬ ਦੀ ਫੈਕਟਰੀ ਵੀ ਫੜੀ ਗਈ ਸੀ, ਇੱਕ ਬੀਜ ਘੁਟਾਲਾ। ਇਹਨਾਂ ਮਾਮਲਿਆਂ ਦੇ ਵਿੱਚ ਕੀ ਇੰਸਟਰਕਸ਼ਨਾਂ ਤੁਹਾਡੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਜਿਹੜਾ ਸ਼ਰਾਬ ਦੀ ਚੈਕਿੰਗ ਲਈ ਤੇ ਇੱਕ ਬੀਜ ਘੁਟਾਲੇ ਦੇ ਵਿੱਚ ਕੀ? ਦੇਖੋ ਇਸ ਤਰ੍ਹਾਂ ਉਹ ਬੀਜ ਘੁਟਾਲੇ ਵਾਲਾ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ, ਇਹ ਤਾਂ ਵਰਡ ਘੁਟਾਲਾ ਬਣਾਤਾ। ਘੁਟਾਲਾ ਤਾਂ ਉਹ ਹੁੰਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਹੋਵੇ ਵੀ ਇੱਕ ਸਪੈਸੀਫਿਕ ਕੋਈ ਗਵਰਨਮੈਂਟ ਦੀ ਸਕੀਮ 'ਚ ਕਿਸੇ ਨੇ ਕਰਤਾ ਹੋਵੇ। ਮੈਨੂੰ ਉਸ ਬਾਰੇ ਬਹੁਤ ਜ਼ਿਆਦਾ ਨੌਲੇਜ ਨਹੀਂ ਹੈਗੀ, ਮੇਰੇ ਆਉਣ ਤੋਂ ਪਹਿਲਾਂ ਨਿਬੜ ਚੁੱਕਿਆ। ਮੈਂ ਤਾਂ ਐਜ਼ ਏ ਆਊਟਸਾਈਡਰ DC ਇਹ ਖਬਰ ਪੜ੍ਹ ਚੁੱਕਿਆ ਵੀ ਉਹਨਾਂ 'ਤੇ ਪਰਚਾ ਹੋ ਗਿਆ, ਬੰਦੇ ਅੰਦਰ ਹੋ ਗਏ। ਹੁਣ ਕੋਈ ਪ੍ਰਾਈਵੇਟ ਬੰਦਾ ਕੋਈ ਗਲਤ ਚੀਜ਼ ਵੇਚ ਸਕਦਾ, ਕੱਲ੍ਹ ਨੂੰ ਕੋਈ ਭਾਂਡਿਆਂ ਵਾਲਾ ਨਕਲੀ ਭਾਂਡੇ ਵੀ ਵੇਚ ਸਕਦਾ, ਕੋਈ ਫਰਨੀਚਰ ਵਾਲਾ ਮਾੜੀ ਲੱਕੜ ਦਾ ਫਰਨੀਚਰ ਵੀ ਵੇਚ ਸਕਦਾ। ਹੁਣ ਇੱਕ ਪ੍ਰਾਈਵੇਟ ਬੰਦਾ ਸੀਗਾ, ਉਹਦੇ ਕੋਲ ਲਾਇਸੈਂਸ ਸੀਗਾ, ਲਾਇਸੈਂਸੀ ਹੋਣ ਦੇ ਨਾਤੇ ਉਹਨੇ ਕੋਈ ਗਲਤ ਬੀਜ ਵੇਚੇ, ਸਰਕਾਰ ਨੇ ਉਹਦੇ 'ਤੇ ਐਕਸ਼ਨ ਲੈ ਲਿਆ। ਉਹ ਸਟੋਰੀ ਦੀ ਤਾਂ ਉੱਥੇ ਰਹਿ ਗਈ ਗੱਲ। ਜਿੱਥੋਂ ਤੱਕ ਰਹੀ ਗੱਲ ਹੁਣ ਐਕਸਾਈਜ਼ ਦੀ ਗੱਲ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੇਖੋ
ਤੋ ਜਿਵੇਂ ਬਲੈਕ ਸ਼ੀਪ ਹੁੰਦੀਆਂ, ਹਰੇਕ ਫਲੋਕ ਦੇ ਵਿੱਚ ਕੋਈ ਨਾ ਕੋਈ ਕਾਲੀਆਂ ਭੇਡਾਂ ਕਈ ਵਾਰੀ ਹੁੰਦੀਆਂ ਨੇ। ਜੇ ਇਸ ਤਰ੍ਹਾਂ ਦਾ ਹੈਗਾ, ਸਰਕਾਰ ਨੇ ਉਸ 'ਤੇ ਬਿਲਕੁਲ ਨਕੇਲ ਕਸੀ ਹੈ ਔਰ ਸਰਕਾਰ ਵੱਲੋਂ ਕਲੀਅਰ ਕੱਟ ਹਦਾਇਤਾਂ ਨੇ ਡਿਪਟੀ ਕਮਿਸ਼ਨਰਜ਼ ਨੂੰ ਵੀ, SSPs ਨੂੰ ਵੀ ਔਰ ਸਾਰੇ ਐਕਸਾਈਜ਼ ਮਹਿਕਮੇ ਨੂੰ ਵੀ। ਮੈਂ ਵੀ ਆਨਸਰ ਰਿਵਿਊ ਲਿੱਤਾ ਹੈਗਾ, ਕੋਈ ਵੀ ਇਲੀਗਲ ਟ੍ਰੇਡ ਹੈ ਜਿਹੜਾ ਉਹਦੀ ਆਗਿਆ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਹਦਾ ਸਿੱਧਾ ਟੈਕਸ ਨਾਲ ਸੰਬੰਧ ਹੈਗਾ। ਔਰ ਪਿਛਲੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਇਹ ਸੇਲ ਵੀ ਵਧੀ ਹੈਗੀ ਹੈ ਔਰ ਇਸ 'ਤੇ ਕਾਫੀ ਜ਼ਿਆਦਾ ਨੱਥ ਵੀ ਪਈ ਹੈਗੀ ਹੈ। ਜਿਹੜੇ ਸਪੈਸੀਫਿਕ ਕੇਸਿਸ ਨੇ, ਕਿਉਂਕਿ ਅੰਡਰ ਪੁਲਿਸ ਇਨਵੈਸਟੀਗੇਸ਼ਨ ਨੇ, ਉਹ ਪੁਲਿਸ ਨੇ ਆਪ ਦਾ ਕੰਮ ਕਰਨਾ ਹੈਗਾ, ਉਹਦੇ ਬਾਰੇ ਤਾਂ ਮੈਂ ਕਮੈਂਟ ਨਹੀਂ ਕਰੂੰਗਾ ਜਿਵੇਂ ਦੋਨਾਂ ਕੇਸਾਂ ਬਾਰੇ। ਬਟ ਐਜ਼ ਆਫ ਨਾਓ ਮੈਂ ਇਹ ਕਹਿ ਸਕਦਾ ਹਾਂ ਕਿ ਅਸੀਂ ਪੂਰੀ ਇਸ 'ਤੇ ਸਖਤੀ ਵਰਤੀ ਹੋਈ ਹੈ ਅਤੇ ਕਿਸੇ ਨੂੰ ਕਾਨੂੰਨ ਆਪਦੇ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਸੋ ਇੱਕ ਸ਼ਹਿਰ ਦੇ ਵਿੱਚ ਜਿਵੇਂ 8 ਵਜੇ ਤੱਕ ਲਿਕਰ ਸ਼ਾਪਸ ਖੁੱਲ੍ਹ ਸਕਦੀਆਂ ਨੇ, ਲੇਕਿਨ ਕਈ ਸ਼ਾਪਸ ਨੇ 8 ਵਜੇ ਤੋਂ ਬਾਅਦ ਵੀ ਖੁੱਲ੍ਹੀਆਂ ਹੁੰਦੀਆਂ ਨੇ। ਉੱਥੇ ਸਭ ਤੋਂ ਵੱਡੀ ਗੱਲ ਹੈ, ਜਿਸ ਤਰ੍ਹਾਂ ਆਪਾਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ ਹਾਂ, ਉੱਥੇ ਕੁਝ ਲੋਕ ਜਿਹੜੇ ਇਹ ਵਾਈਨ ਲੈਂਦੇ ਨੇ ਜਾਂ ਵਿਸਕੀ ਲੈਂਦੇ ਨੇ, ਉਹ ਉੱਥੇ ਹੀ ਬਾਹਰ ਖੜ੍ਹ ਕੇ ਪੀਂਦੇ ਨੇ, ਇੱਕੋ ਗਲਾਸ ਹੁੰਦਾ। ਕਾਫੀ ਏਰੀਏ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਉਹਨਾਂ ਦੀ ਵੀ ਚੈਕਿੰਗ ਕਰਾਈ ਜਾਊਗੀ ਜੀ? ਬਿਲਕੁਲ ਦੇਖਾਂਗੇ ਜੀ, ਜੇ ਇੱਦਾਂ ਦੀ ਗੱਲ ਹੈਗੀ ਹੈ ਤਾਂ। ਪਰ ਮੈਂ ਇੱਕ ਐਜ਼ ਏ ਲੇਮੈਨ ਤੁਹਾਨੂੰ ਅਸੈਸਮੈਂਟ ਦੱਸ ਰਿਹਾ ਵੀ ਜਿਸ ਦਿਨ ਇਹ ਸ਼ਰਾਬ ਦੇ ਠੇਕੇ ਖੁੱਲ੍ਹੇ ਹੈ, ਦਿੱਲੀ 'ਚ ਖੁੱਲ੍ਹੇ ਹੈ, ਬੰਬੇ 'ਚ ਖੁੱਲ੍ਹੇ ਹੈ, 2-2 ਕਿਲੋਮੀਟਰ ਲਾਈਨਾਂ ਲੱਗ ਗਈਆਂ। ਜਾਂ ਤਾਂ ਹੁਣ ਪੰਜਾਬੀ ਐਡੇ ਰੱਜੇ ਪੁੱਜੇ ਹੈ, ਇੱਥੇ ਤਾਂ ਉਲਟ ਗੱਲ ਹੋਈ, ਇੱਥੇ ਮਤਲਬ ਚਿੜੀ ਵੀ ਨਹੀਂ ਆਈ ਲੈਣ ਉਸ ਦਿਨ। ਤੋ ਜੋ ਪੰਜਾਬੀਆਂ ਦੇ ਆਮ ਸੁਭਾਅ ਬਾਰੇ ਲੋਕਾਂ ਨੂੰ ਇਮੇਜ ਸੀਗੀ ਵੀ ਪਤਾ ਨਹੀਂ ਪੰਜਾਬ 'ਚ ਕਿੰਨੀਆਂ ਕੁ ਲਾਈਨਾਂ ਲੱਗ ਜਾਣਗੀਆਂ, ਉਨੀ ਭੀੜ ਤਾਂ ਨਹੀਂ ਹੈਗੀ। ਬਟ ਯੋਰ ਫੀਡਬੈਕ ਇਜ਼ ਵੈਲਕਮ। ਜੇ ਇੱਦਾਂ ਦੀ ਗੱਲ ਹੈਗੀ ਹੈ ਤਾਂ ਜ਼ਰੂਰ ਉਹ ਕਰਾਂਗੇ। ਬਾਕੀ ਮੇਰੀ ਲੋਕਾਂ ਨੂੰ ਵੀ ਇਹ ਬੇਨਤੀ ਹੈ ਵੀ ਜੇ ਕਿਸੇ ਨੇ ਇੰਜੋਏ ਕਰਨਾ, ਕਿ ਹਰੇਕ ਦਾ ਹੱਕ ਹੈਗਾ ਜਿਹਨੇ ਜੋ ਖਾਣਾ ਪੀਣਾ, ਪਰ ਉੱਥੋਂ ਚੀਜ਼ ਖਰੀਦੋ, ਆਪਦੇ ਘਰੇ ਜਾਓ, ਇੰਜੋਏ ਕਰੋ। ਬਟ ਉੱਥੇ ਅਗਰ ਕੋਈ ਇਸ ਤਰ੍ਹਾਂ ਕਰਦਾ ਵੀ ਪਬਲਿਕਲੀ ਜਾ ਕੇ ਗਲਾਸੀਆਂ ਜੁੱਠੀਆਂ ਕਰਕੇ ਪੀਂਦਾ, ਉਹ ਤਾਂ ਜਾਨ ਤਲੀ 'ਤੇ ਧਰਨ ਵਾਲੀ ਗੱਲ ਹੈਗੀ ਹੈ। ਅੱਜ ਦੇ ਯੁੱਗ 'ਚ ਜਦੋਂ ਅਸੀਂ ਕਹਿੰਦੇ ਹਾਂ ਵੀ ਮੂੰਹ 'ਤੇ ਵੀ ਕੱਜ ਕੇ ਰੱਖੋ, ਉਸ ਟਾਈਮ 'ਤੇ ਕਿਸੇ ਦਾ ਜੁੱਠਾ ਪੀਣ ਦਾ ਤਾਂ ਮਤਲਬ ਹੀ ਨਹੀਂ, ਕਿਉਂਕਿ ਜਿਹੜਾ ਸਲਾਈਵਾ ਹੈ ਇਹ ਇੱਕ ਵਾਰ ਇੱਕ ਬੰਦੇ ਤੋਂ ਦੂਜੇ ਨੂੰ ਗਿਆ, ਇਹਦੇ ਨਾਲ ਤਾਂ ਟਰਾਂਸਮਿਸ਼ਨ ਹੋਣੀ ਹੈ। ਇਫ ਦਿਸ ਇਜ਼ ਦਾ ਕੇਸ, ਇਹਦੇ 'ਤੇ ਬਹੁਤ ਸਖਤੀ ਨਾਲ ਚੈਕਿੰਗ ਕਰਾਈ ਜਾਊਗੀ ਔਰ ਇਹਦਾ ਐਕਸ਼ਨ ਲਿੱਤਾ ਜਾਊਗਾ ਜੇ ਇੱਦਾਂ ਹੈਗਾ ਤਾਂ। ਹਾਂ ਬਿਲਕੁਲ, ਅਸੀਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਜੀ ਨਾਲ ਗੱਲ ਕੀਤੀ। ਉਹਨਾਂ ਨੇ ਕੁਝ ਖਾਸ ਗੱਲਾਂ ਵੀ ਦੱਸੀਆਂ, ਲੋਕਾਂ ਨੂੰ ਅਪੀਲ ਵੀ ਕੀਤੀ ਹੈ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਓ, ਕਿਤੇ ਸਮਾਜਿਕ ਫੰਕਸ਼ਨ ਆ ਉਸ 'ਤੇ ਵੀ ਬੜਾ ਸੋਚ ਕੇ ਜਾਓ ਤਾਂ ਜੋ ਇਸ ਕਰੋਨਾ ਦੀ ਮਹਾਂਮਾਰੀ ਨਾਲ ਲੜਿਆ ਜਾ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼ ਜੱਸਾ ਦੇ ਨਾਲ ਤਰਸੇਮ ਪਾਲ। ਅਸੀਂ ਅੱਜ ਗੱਲ ਕਰਾਂਗੇ